हाँ जी 7th क्लास स्टूडेंट्स गुड मॉर्निंग बेटे ਹੁਣ ਜੋ ਆਪਣਾ 14ਵਾਂ ਚੈਪਟਰ ਹੈ ਹਰਸ਼ ਮਾਸੀ ਦਾ ਜਿੱਤ ਦਾ ਮੰਤਰ। ਤਾਂ ਬੇਟੇ ਇਸ ਦੇ ਵਿੱਚ ਹਰਸ਼ ਮਾਸੀ ਨੇ ਆਪਾਂ ਨੂੰ ਇੱਕ ਨਿਸ਼ਾਨੇਬਾਜ਼ ਕਰੋਲੀ ਦੇ ਜੀਵਨ ਬਾਰੇ ਦੱਸਿਆ ਹੈ, ਜਿਸ ਨੇ ਆਪਣੇ ਜੀਵਨ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਨੂੰ ਝੱਲਿਆ ਤੇ ਫਿਰ ਨਿਸ਼ਾਨੇਬਾਜ਼ੀ ਵਿੱਚ ਆਪਣਾ ਨਾਮ ਖੱਟਿਆ। ਤਾਂ ਬੇਟੇ ਹੁਣ ਆਪਾਂ ਉਸ ਦੇ ਜੀਵਨ ਬਾਰੇ ਪੜਾਂਗੇ। ਕਹਿੰਦੇ ਇਸ ਦੇ ਵਿੱਚ ਕੁਝ ਬੱਚੇ ਨੇ ਜਿਹੜੇ ਮਾਸੀ ਜੀ ਨਾਲ ਗੱਲ ਕਰ ਰਹੇ ਨੇ। ਤਾਂ ਕਹਿੰਦੇ ਅੱਜ ਤਾਂ ਮੈਂ ਇੰਨਾ ਥੱਕ ਗਿਆ ਕਿ ਹੁਣ ਪੜਿਆ ਨਹੀਂ ਜਾਣਾ। ਹਿੱਤੀ ਬੋਲਿਆ ਮੈਂ ਵੀ ਥੱਕ ਗਿਆ। ਤਾਂ ਜੀਵ ਨੇ ਆਵਾਜ਼ ਮਾਰੀ, ਚਲੋ ਫਿਰ ਹਰਸ਼ ਮਾਸੀ ਤੋਂ ਕਹਾਣੀ ਸੁਣ ਲੈਂਦੇ ਆ। ਤਾਂ ਆਪਾਂ ਸਾਰੇ ਪੜ੍ਹ ਕੇ ਥੱਕ ਚੁੱਕੇ ਹਾਂ ਤੇ ਸੁੱਖੀ ਚਹਿਕੀ। ਫਿਰ ਬੇਟੇ ਕੀ ਹੋਇਆ, ਹਰਸ਼ ਮਾਸੀ ਤੇ ਗੁਰਪਾਲ ਮਾਸਟਰ ਜੀ ਨੇ ਅੰਬ ਕੱਟ ਕੇ ਸਭ ਦੇ ਸਾਹਮਣੇ ਤਰੇ ਤੇ ਕਿਹਾ, ਤਰੇ ਮੀਨਸ ਰੱਖੇ, ਤੁਸੀਂ ਬਹਾਨੇ ਕਿਉਂ ਲੱਭਦੇ ਹੋ? ਜੇ ਨੀਅਤ ਹੋਵੇ ਤਾਂ ਔਖੇ ਤੋਂ ਔਖੇ ਕੰਮ ਵੀ ਸੌਖੇ ਹੋ ਜਾਂਦੇ ਹਨ। ਫਿਰ ਬੇਟੇ ਕੀ ਹੋਇਆ, ਮਾਸੀ ਜੀ ਕੋਈ ਕਹਾਣੀ ਸੁਣਾ ਦਿਓ। ਨਾਨੂ ਨੇ ਤਰਲਾ ਲਿਆ। ਤੇ ਤੁਸੀਂ ਜੇ ਵਿਕ ਦੇ ਵਿੱਚ ਵੀ ਦੇਖ ਰਹੇ ਹੋ ਕਿ ਮਾਸੀ ਬੈਠੀ ਹੋਈ ਹੈ ਤੇ ਉਹ ਉਹਨਾਂ ਬੱਚਿਆਂ ਨੂੰ ਕਿਸ ਤਰ੍ਹਾਂ ਕਹਾਣੀ ਸੁਣਾ ਰਹੇ ਨੇ। ਤੇ ਮਾਸੀ ਨੇ ਅੱਗੋਂ ਕੀ ਕਿਹਾ ਕਿ ਹਰਸ਼ ਤੂੰ ਇਹਨਾਂ ਨੂੰ ਕਰੋਲੀ ਦੀ ਕਹਾਣੀ ਸੁਣਾ, ਤਾਂ ਇਹਨਾਂ ਨੂੰ ਤਾਂ ਹੀ ਸਮਝ ਆਏਗੀ ਕਿ ਇਨਸਾਨੀ ਮਨ ਕਿੰਨਾ ਤਾਕਤਵਰ ਹੁੰਦਾ ਹੈ ਤੇ ਜਿੱਤ ਦਾ ਮੰਤਰ ਕੀ ਹੁੰਦਾ ਹੈ। ਗੁਰਪਾਲ ਮਾਸਟਰ ਜੀ ਨੇ ਕਿਹਾ। ਤੇ ਵਿੱਚ ਇੱਕ ਬੱਚਾ ਬੋਲਿਆ ਕਿ ਕਰੇਲੇ ਦੀ ਕਹਾਣੀ। ਹੈਰੀ ਨੇ ਹੈਰਾਨ ਹੋ ਕੇ ਪੁੱਛਿਆ, ਕਰੇਲੇ ਦੀ ਨਹੀਂ? ਹਰਸ਼ ਮਾਸੀ ਨੇ ਹੱਸਦਾ ਹੋਇਆ ਕਿਹਾ ਕਿ ਕਰੋਲੀ ਦੀ। ਤੇ ਫਿਰ ਉਸ ਦੇ ਬਾਰੇ ਦੱਸਿਆ ਕਿ ਕਰੋਲੀ ਦਾ ਜਿਹੜਾ ਜਨਮ ਸੀ ਉਹ ਹੰਗਰੀ 'ਚ 21 ਜਨਵਰੀ 1910 'ਚ ਪੈਦਾ ਹੋਇਆ ਸੀ ਤੇ 5 ਜਨਵਰੀ 1976 ਈਸਵੀ 'ਚ ਉਸ ਦੀ ਮੌਤ ਹੋ ਗਈ ਸੀ। ਤਾਂ ਉਸਨੇ ਕੀ ਕੀਤਾ, ਵਿੱਚੋਂ ਹੀ ਬੈਠੀ ਸੁੱਖੀ ਨੇ ਪੁੱਛਿਆ। ਤਾਂ ਫਿਰ ਆਪਾਂ ਨੈਕਸਟ ਪੇਜ ਦੇ ਵਿੱਚ ਦੇਖਦੇ ਹਾਂ ਕਿ ਬੇਟੇ ਕਹਿੰਦੇ ਬੱਚੀਏ ਉਸਨੂੰ ਪਿਸਤੌਲ ਚਲਾਉਣ ਦਾ ਸ਼ੌਂਕ ਸੀ। ਮਾਸੀ ਦੱਸ ਰਹੀ ਹੈ ਕਹਾਣੀ ਬਾਰੇ ਕਿ ਕਰੋਲੀ ਨੂੰ ਪਿਸਤੌਲ ਚਲਾਉਣ ਦਾ ਸ਼ੌਂਕ ਸੀ ਤੇ ਉਹ ਚਾਹੁੰਦਾ ਸੀ ਕਿ ਇੱਕ ਵਧੀਆ ਮਤਲਬ ਕਿ ਉਹ ਪਿਸਤੌਲ ਚਲਾ ਕੇ ਦੁਨੀਆ ਭਰ ਵਿੱਚ ਪਹਿਲੇ ਨੰਬਰ ਤੇ ਗਿਣਿਆ ਜਾਵੇ ਤੇ ਓਲੰਪਿਕ 'ਚ ਮੈਡਲ ਹਾਸਲ ਕਰੇ। ਤੇ ਗੁਰਪਾਲ ਮਾਸਟਰ ਜੀ ਨੇ ਦੱਸਿਆ। ਫਿਰ ਕੀ ਹੋ ਗਿਆ, ਕਹਿੰਦੇ ਗੋਲੀਆਂ ਮਾਰਨੀਆਂ ਚੰਗੀਆਂ ਗੱਲ ਨਹੀਂ ਹੈ, ਜੀਵ ਨੇ ਟੋਕਿਆ। ਵਿੱਚੋਂ ਇੱਕ ਬੱਚੇ ਨੇ, ਪਰ ਬੱਚਿਓ ਉਹ ਫੌਜ 'ਚ ਸੀ, ਉਸਨੇ ਤਾਂ ਓਲੰਪਿਕ ਖੇਡਾਂ 'ਚ ਆਪਣੀ ਕਾਬਲੀਅਤ ਸਾਬਤ ਕਰਨੀ ਸੀਗੀ, ਕੋਈ ਐਵੇਂ ਗੁੰਡਾਗਰਦੀ ਥੋੜੀ ਕਰਨੀ ਸੀ, ਹਰਸ਼ ਮਾਸੀ ਨੇ ਸਮਝਾਇਆ। ਫਿਰ ਬੇਟੇ ਕੀ ਹੋਇਆ ਕਿ ਸਨ 1936 ਵਿੱਚ ਉਸਦੀ ਪਿਸਤੌਲ ਚਲਾਉਣ ਦੀ ਜਿਹੜੀ ਕਾਬਲੀਅਤ ਦੀਆਂ ਧੁੰਮਾਂ ਪੈ ਗਈਆਂ। ਧੁੰਮਾਂ ਪੈ ਜਾਣਾ ਪ੍ਰਸਿੱਧੀ ਹੋ ਜਾਣਾ। ਤਾਂ ਫਿਰ ਬੇਟੇ ਕੀ ਹੋਇਆ ਕਿ ਪੂਰੀ ਦੁਨੀਆ ਵਿੱਚ ਚਰਚਾ ਹੋਣ ਲੱਗ ਪਈ ਸੀ ਕਿ 1936 ਦੀ ਓਲੰਪਿਕ ਖੇਡਾਂ 'ਚ ਉਸ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਕਿਉਂਕਿ ਉਹ ਫੌਜ ਵਿੱਚ ਕੀ ਸੀਗਾ, ਸਰਜੈਂਟ ਸੀਗਾ, ਅਫਸਰ ਨਹੀਂ ਸੀ, ਸਿਰਫ ਸਰਜੈਂਟ ਸੀ। ਤਾਂ ਇਹ ਤਾਂ ਬੜੀ ਮਾੜੀ ਗੱਲ ਹੈ। ਕਾਬਲੀਅਤ ਕਿਉਂ ਨਹੀਂ ਗਿਣੀ ਗਈ? ਸੁੱਖੀ ਫਿਰ ਬੋਲ ਪਈ ਵਿੱਚੋਂ। ਤੇ ਫਿਰ ਮਾਸੀ ਨੇ ਕੀ ਕਿਹਾ, ਮਾਸੀ ਨੇ ਕਿਹਾ ਮੇਰੀ ਬੱਚੀਏ ਇਹ ਤਾਂ ਕਹਾਣੀ ਸੁਣਾਉਣ ਲੱਗਿਆ ਕੋਈ ਰੁਕਾਵਟ ਤੁਹਾਡੇ ਮਕਸਦ ਨੂੰ ਪੂਰਾ ਕਰਨ ਵਿੱਚ ਅੜਨੀ ਨਹੀਂ ਚਾਹੀਦੀ, ਕਦੇ ਵੀ ਹਾਰ ਮੰਨ ਕੇ ਨਹੀਂ ਬਹਿਣਾ ਚਾਹੀਦਾ। ਕਰੋਲੀ ਨੇ ਮਿਹਨਤ ਕਰਨੀ ਛੱਡੀ ਨਹੀਂ। ਉਸਨੇ ਆਪਣੇ ਮੁਲਕ 'ਚ ਹੀ 35 ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪਾਂ ਜਿੱਤੀਆਂ। ਉਸ ਦਾ ਸੁਪਨਾ ਸੀ ਕਿ ਉਹ ਓਲੰਪਿਕ ਖੇਡਾਂ 'ਚ ਸੋਨੇ ਦਾ ਤਗਮਾ ਜਿੱਤੇ। ਫਿਰ ਬੇਟੇ ਕੀ ਹੋਇਆ, ਫਿਰ ਮਾਸੀ ਜੀ ਕਿ ਉਸਦਾ ਸੁਪਨਾ ਪੂਰਾ ਹੋਇਆ? ਨਾਨੂ ਨੇ ਟੋਕਿਆ। ਤਾਂ ਕੀ ਕਿਹਾ ਮਾਸੀ ਜੀ ਨੇ, ਕਹਿੰਦੇ ਬੱਚਿਓ ਬਰਲਿਨ ਦੀਆਂ ਖੇਡਾਂ ਬਾਅਦ ਹੰਗਰੀ 'ਚੋਂ ਇੱਕ ਕਾਨੂੰਨ ਹਟਾ ਦਿੱਤਾ ਗਿਆ ਕਿ ਸਿਰਫ ਫੌਜੀ ਅਫਸਰ ਹੀ ਓਲੰਪਿਕ ਖੇਡਾਂ 'ਚ ਹਿੱਸਾ ਲੈ ਸਕਦੇ ਹਨ। ਤੇ ਕਰੋਲੀ ਖੁਸ਼ ਸੀ, ਉਸਨੇ ਹੋਰ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਤੇ ਉਸਨੂੰ ਉਮੀਦ ਸੀ ਕਿ 1940 ਦੀ ਜਿਹੜੀ ਓਲੰਪਿਕ ਖੇਡਾਂ ਜੋ ਕਿ ਟੋਕੀਓ ਵਿੱਚ ਖੇਡੀਆਂ ਜਾਂਦੀਆਂ ਸੀ ਉਹ ਹਰ ਸਾਲ 'ਚ ਜਿੱਤ ਹਾਸਲ ਕਰੇਗਾ। ਉਹ ਹਰ ਹਾਲਤ 'ਚ ਕੀ ਕਰ ਲੂਗਾ, ਜਿੱਤ ਹਾਸਲ ਕਰੇਗਾ। ਹਰਸ਼ ਮਾਸੀ ਨੇ ਦੱਸਿਆ। ਮੈਂ ਪਹਿਲਾਂ ਹੀ ਦੱਸ ਦਿੰਨੀ ਹਾਂ ਕਿ ਸਾਰੀ ਕਹਾਣੀ। ਮਾਸੀ ਜੀ ਕਰੋਲੀ ਨੇ ਪੱਕਾ ਗੋਲਡ ਮੈਡਲ ਲੈ ਲਿਆ ਹੋਣਾ। ਹਿੱਤੀ ਨੇ ਵਿੱਚ ਗੱਲ ਟੋਕ ਕੇ ਕਿਹਾ। ਵਿੱਚੋਂ ਇੱਕ ਬੱਚੇ ਨੇ ਪੁੱਛ ਲਿਆ ਹਿੱਤੀ ਨੇ। ਤਾਂ ਫਿਰ ਮਾਸੀ ਕੀ ਕਹਿੰਦੀ ਹੈ, ਕਹਿੰਦੀ ਪੂਰੀ ਗੱਲ ਸੁਣੋ। ਗੁਰਪਾਲ ਮਾਸਟਰ ਜੀ ਬੋਲ ਪਏ, ਤੁਸੀਂ ਵਿੱਚੋਂ ਟੋਕ ਕੇ ਕਹਾਣੀ ਦਾ ਸਵਾਦ ਅੱਧਾ ਕਰ ਦਿੰਦੇ ਹੋ। ਤਾਂ ਫਿਰ ਕੀ ਹੋਇਆ ਬੇਟੇ, ਹਰਸ਼ ਮਾਸੀ ਨੇ ਕਹਾਣੀ ਅੱਗੇ ਤੋਰੀ। ਤੇ ਬੱਚਿਓ ਫੌਜ ਦੀ ਟ੍ਰੇਨਿੰਗ ਵਿੱਚ ਕਰੋਲੀ ਨੂੰ ਕੀ ਕਿਹਾ ਗਿਆ ਕਿ ਹੱਥ ਗੋਲੇ ਸੁੱਟਣ ਦਾ ਤਰੀਕਾ ਸਿਖਾਇਆ ਜਾਣਾ ਸੀ। ਇਸੇ ਟ੍ਰੇਨਿੰਗ ਦੌਰਾਨ 1938 ਵਿੱਚ ਉਸਨੇ ਜਿਉਂ ਹੀ ਹੱਥ ਗੋਲਾ ਸੁੱਟਣ ਲਈ ਸੱਜਾ ਹੱਥ ਘੁਮਾਇਆ ਤਾਂ ਬੇਟੇ ਉਸਦੇ ਹੱਥ ਸੀ ਬੰਬ ਸੀਗਾ ਫੁੱਟ ਗਿਆ। ਜਿਹੜਾ ਬੰਬ ਸੀ ਉਹ ਫਟ ਗਿਆ। ਤੇ ਫਿਰ ਕੀ ਹੋਇਆ ਬੇਟੇ, ਜਦੋਂ ਸੱਜਾ ਹੱਥ ਬਾਂਹ ਸਮੇਤ ਉੱਡ ਗਿਆ। ਤੇ ਫਿਰ ਬੇਟੇ ਆਪਾਂ ਨੈਕਸਟ ਪੈਰੇ ਵਿੱਚ ਕੀ ਦੇਖਦੇ ਆ ਕਿ ਸਾਰੇ ਬੱਚੇ ਦੀਆਂ ਅੱਖਾਂ 'ਚ ਹੰਝੂ ਆ ਗਏ। ਨਾਨੂ ਰੋਂਦਾ ਹੋਇਆ ਬੋਲਿਆ, ਮਾਸੀ ਜੀ ਕਰੋਲੀ ਨੂੰ ਬਹੁਤ ਪੀੜ ਹੋਈ ਹੋਵੇਗੀ, ਉਸਦੀ ਮੰਮੀ ਨੇ ਉਸਨੂੰ ਪਿਆਰ ਕੀਤਾ ਸੀ, ਫਿਰ ਉਸਦਾ ਆਪਰੇਸ਼ਨ ਕੀਤਾ ਸੀ। ਮਾਸੀ ਜੀ ਨੇ ਕਿਹਾ ਕਿ ਫਿਰ ਉਹ ਠੀਕ ਹੋ ਗਿਆ ਤੇ ਉਸਦਾ ਸੱਜਾ ਹੱਥ ਪੂਰੀ ਤਰ੍ਹਾਂ ਠੀਕ ਹੋ ਗਿਆ ਨਾ, ਤੁਸੀਂ ਉਸਨੂੰ ਹੌਲੀ ਜਿਹੀ ਟੀਕਾ ਲਗਾ ਕੇ ਠੀਕ ਕਰ ਦੇਣਾ ਸੀ। ਬੇਟੇ ਬੱਚੇ ਜਿਹੜੇ ਹੈਗੇ ਆਪਣੇ ਮਨ ਦੇ ਜਿਹੜੇ ਗੱਲਾਂ ਵਿੱਚ ਆਉਂਦੀਆਂ ਨੇ ਉਹ ਬੋਲ ਰਹੇ ਨੇ। ਤਾਂ ਫਿਰ ਬੇਟੇ ਕੀ ਹੁੰਦਾ, ਕਹਿੰਦੇ ਇਹ ਤਾਂ ਫਰਕ ਸੀ ਬੱਚਿਓ। ਗੁਰਪਾਲ ਮਾਸਟਰ ਜੀ ਬੋਲੇ, ਜਦੋਂ ਔਖਾ ਸਮਾਂ ਆਏ ਤਾਂ ਰਸਤੇ 'ਚ ਦੋ ਹੀ ਰਸਤੇ ਹੁੰਦੇ ਨੇ। ਇੱਕ ਤਾਂ ਪਹਿਲੇ 'ਚ ਬੰਦਾ ਕੀ ਹੁੰਦਾ, ਜਦੋਂ ਔਖਾ ਸਮਾਂ ਆਉਂਦਾ ਹਾਰ ਮੰਨ ਕੇ ਰੋਣਾ ਪਿੱਟਣਾ ਸ਼ੁਰੂ ਕਰ ਦਿੰਦਾ ਤੇ ਮਰਨ ਦੀਆਂ ਗੱਲਾਂ, ਤੇ ਜਾਂ ਫਿਰ ਬੇਟੇ ਉਹ ਕੀ ਕਰਦਾ, ਆਪਦੇ ਵਿੱਚ ਦੁਬਾਰਾ ਹਿੰਮਤ ਕਰਕੇ ਆਪਣੇ ਸੁਪਨੇ ਨੂੰ ਫਿਰ ਤੋਂ ਹਾਸਲ ਕਰਨ ਦੀ ਕੋਸ਼ਿਸ਼ ਕਰਦਾ। ਆਪਾਂ ਪਿਕ ਦੇ ਵਿੱਚ ਦੇਖ ਰਹੇ ਹਾਂ ਕਿ ਕਰੋਲੀ ਦਾ ਜਿਹੜਾ ਸੱਜਾ ਹੱਥ ਹੈ ਕਿਸ ਤਰ੍ਹਾਂ ਬਾਂਹ ਸਮੇਤ ਉੱਡ ਗਿਆ ਤੇ ਫਿਰ ਉਹ ਕੀ ਕਰਦਾ, ਆਪਣੇ ਖੱਬੇ ਹੱਥ ਤੋਂ ਪੂਰਾ ਕੰਮ ਲੈਂਦਾ।
ਪਰ ਮਾਸੜ ਜੀ ਕਰੋਲੀ ਕੋਲ ਤਾਂ ਸੱਜਾ ਹੱਥ ਹੀ ਨਹੀਂ ਸੀ ਰਿਹਾ, ਫਿਰ ਉਹ ਆਪਣਾ ਸੁਪਨਾ ਕਿਵੇਂ ਪੂਰਾ ਕਰ ਸਕਦਾ ਸੀਗਾ। ਜੀਵਾ ਨੇ ਹੈਰਾਨ ਹੋ ਕੇ ਪੁੱਛਿਆ। ਤੇ ਫਿਰ ਕੀ ਦੱਸਿਆ ਉਹਨਾਂ ਨੇ ਕਿਹਾ ਕਿ ਬੱਚੋ ਉਹ ਹਿੰਮਤ ਹਾਰਨ ਵਾਲਾ ਇਨਸਾਨ ਨਹੀਂ ਸੀ। ਹਰਸ਼ ਮਾਸੀ ਨੇ ਕਹਾਣੀ ਅੱਗੇ ਤੋਰੀ ਤੇ ਉਹ ਆਪਣੇ ਖੱਬੇ ਹੱਥ ਵੱਲ ਚੱਕਿਆ ਤੇ ਮਨ ਤਗੜਾ ਕੀਤਾ। ਫਿਰ ਕਿਹਾ, ਚੱਲ ਬਈ ਖੱਬਿਆ, ਹੁਣ ਤੇਰਾ ਕੰਮ ਸ਼ੁਰੂ ਹੈ। ਬਥੇਰੀ ਉਮਰ ਤੂੰ ਆਰਾਮ ਕੀਤਾ ਹੈ, ਹੁਣ ਆਪਾਂ ਸੱਜੇ ਦਾ ਕੰਮ ਸਾਂਭਣਾ ਹੈ। ਆਪਾਂ ਦੋਵਾਂ ਨੇ ਰਲ ਕੇ ਸੱਜੇ ਦਾ ਸੁਪਨਾ ਪੂਰਾ ਕਰਨਾ ਹੈ। ਜਿਹੜਾ ਖੱਬੇ ਹੱਥ ਨਾਲ ਪੈਨ ਨਹੀਂ ਫੜ ਸਕਦਾ ਸੀ, ਉਸਨੇ ਕੀ ਕੀਤੀ, ਪੂਰੀ ਮਿਹਨਤ ਕੀਤੀ ਤੇ ਪਿਸਤੌਲ ਫੜਾ ਦਿੱਤੀ। ਫਿਰ ਕੀ ਕੀਤਾ ਬੇਟੇ, ਉਹ ਹਰ ਰੋਜ਼ ਮਿਹਨਤ ਕਰਦਾ ਰਿਹਾ ਤੇ ਨਿਸ਼ਾਨੇ ਸਾਧਦਾ ਗਿਆ। ਇਸੇ ਤਰ੍ਹਾਂ ਬੇਟੇ ਆਪਾਂ ਨੈਕਸਟ ਪੇਜ ਦੇ ਉੱਪਰ ਦੇਖਦੇ ਹਾਂ। ਕਹਿੰਦੇ, ਜਿਸ ਨੇ ਜ਼ਿੰਦਗੀ ਦਾ ਟੀਚਾ ਮਿੱਥ ਲਿਆ ਹੋਵੇ ਉਸ ਨੂੰ ਕੋਈ ਵੀ ਅੜਚਨ ਹੈ ਬੇਟੇ ਨਹੀਂ ਰੋਕ ਸਕਦੀ। ਗੁਰਪਾਲ ਮਾਸੜ ਜੀ ਨੇ ਜਵਾਬ ਦਿੱਤਾ ਕਿ ਤੁਸੀਂ ਹਰਸ਼ ਮਾਸੀ ਤੋਂ ਪੂਰੀ ਕਹਾਣੀ ਧਿਆਨ ਨਾਲ ਸੁਣੋ, ਜ਼ਿੰਦਗੀ ਪ੍ਰਤੀ ਤੁਹਾਡਾ ਨਜ਼ਰੀਆ ਵੀ ਬਦਲ ਜਾਵੇਗਾ। ਨਜ਼ਰੀਆ ਮੀਨਸ ਦ੍ਰਿਸ਼ਟੀਕੋਣ। ਤਾਂ ਫਿਰ ਬੇਟੇ ਕੀ ਹੋਇਆ ਕਿ ਕਰੋਲੀ ਨੇ ਆਪਣੇ ਖੱਬੇ ਹੱਥ ਨੂੰ, ਜਿਸ ਨਾਲ ਉਹ ਪੈਨ ਵੀ ਨਹੀਂ ਫੜ ਸਕਦਾ ਸੀ, ਤਗੜਾ ਕਰਨਾ ਸ਼ੁਰੂ ਕਰ ਦਿੱਤਾ ਤੇ ਮਾਸੀ ਨੇ ਅੱਗੇ ਕਹਾਣੀ ਦੱਸਣੀ ਸ਼ੁਰੂ ਕਰ ਦਿੱਤੀ। ਤੇ ਉਸਨੇ ਦਿਨ ਰਾਤ ਪੂਰੀ ਮਿਹਨਤ ਕੀਤੀ। ਉਸਨੇ ਕਿਸੇ ਨੂੰ ਕੁਝ ਵੀ ਨਾ ਦੱਸਿਆ ਤੇ ਉਸਨੇ ਕੀ ਕੀਤਾ, ਲਗਾਤਾਰ ਪਿਸਤੌਲ ਨਾਲ ਖੱਬੇ ਹੱਥ ਨੂੰ ਟ੍ਰੇਨ ਕਰਦਾ ਰਿਹਾ ਤੇ 1939 ਚ ਯਾਨੀ ਲਗਭਗ ਪੂਰੇ ਸਾਲ ਬਾਅਦ ਉਹ ਹੰਗਰੀ ਦੀ ਨੈਸ਼ਨਲ ਚੈਂਪੀਅਨਸ਼ਿਪ ਦੇ ਮੈਦਾਨ ਵਿੱਚ ਪਹੁੰਚ ਗਿਆ। ਉੱਥੇ ਸਾਰੇ ਖਿਡਾਰੀਆਂ ਨੇ ਉਸਦੇ ਆਉਣ ਦਾ ਧੰਨਵਾਦ ਕੀਤਾ ਤੇ ਉਹਨਾਂ ਦੀ ਉਹ ਹੱਲਾਸ਼ੇਰੀ ਲਈ ਪਹੁੰਚਿਆ ਤੇ ਨਾਲੇ ਅਫਸੋਸ ਵੀ ਕੀਤਾ ਕਿ ਉਹ ਜ਼ਿੰਦਗੀ ਭਰ ਪਿਸਤੌਲ ਫੜ ਨਹੀਂ ਸਕਿਆ। ਫਿਰ ਕੀ ਹੋਇਆ ਮਾਸੀ ਜੀ, ਕੌਣ ਜਿੱਤਿਆ ਉਸ ਸਾਲ ਦੀ ਚੈਂਪੀਅਨਸ਼ਿਪ? ਉਹਦਾ ਹੁਣ ਹੱਥ ਹੁੰਦਾ ਪੀੜ ਤਾਂ ਨਹੀਂ ਸੀ? ਵਿੱਚੋਂ ਕਿਸਨੇ ਪੁੱਛਿਆ? ਨਾਨੂ ਨੇ ਪੁੱਛਿਆ। ਫਿਰ ਬੇਟੇ ਕੀ ਹੋਇਆ, ਹਰਸ਼ ਮਾਸੀ ਨੇ ਨਾਨਕ ਜੋਤ ਨੂੰ ਪਿਆਰ ਕਰਦਿਆਂ ਜਵਾਬ ਦਿੱਤਾ, ਨਹੀਂ ਬੱਚੋ, ਕਰੋਲੀ ਤਾਂ ਪੀੜ ਦੇ ਅਹਿਸਾਸ ਤੋਂ ਉਤਾਂਹ ਲੰਘ ਚੁੱਕਿਆ ਸੀ। ਸਾਰਾ ਪੰਡਾਲ ਹੈਰਾਨ ਰਹਿ ਗਿਆ। ਤਾਂ ਜਦੋਂ ਚੈਂਪੀਅਨਸ਼ਿਪ ਵਿੱਚ ਕਰੋਲੀ ਦਾ ਨਾਂ ਉਚਾਰਿਆ ਗਿਆ ਤਾਂ ਉਹ ਪਿਸਤੌਲ ਚਲਾਉਣ ਲਈ ਆਪਣੀ ਵਾਰੀ ਤੇ ਆ ਗਿਆ। ਕੀ ਕਰੋਲੀ ਨੇ ਖੱਬੇ ਹੱਥ ਨਾਲ ਪਿਸਤੌਲ ਫੜ ਲਈ? ਸੁੱਖੀ ਨੇ ਹੈਰਾਨ ਹੋ ਕੇ ਫਿਰ ਪੁੱਛਿਆ ਮਾਸੀ ਜੀ ਤੋਂ। ਬੱਚੀਏ, ਸਿਰਫ ਫੜੀ ਨਹੀਂ, ਕਰੋਲੀ ਨੇ ਤਾਂ ਖੱਬੇ ਹੱਥ ਨਾਲ ਇੰਨਾ ਨਿਸ਼ਾਨਾ ਬੰਨਿਆ ਕਿ ਮਤਲਬ ਕਿ ਕੀ ਹੋਇਆ ਕਿ ਪੂਰਾ ਜਿਹੜਾ ਹੰਗਰੀ ਸੀ ਉਹ ਦੰਗ ਰਹਿ ਗਿਆ, ਹੰਗਰੀ ਦੇਸ਼। ਫਿਰ ਕਰੋਲੀ ਨੇ ਨੈਸ਼ਨਲ ਚੈਂਪੀਅਨਸ਼ਿਪ ਜਿੱਤ ਲਈ ਤੇ ਪੂਰੀ ਦੁਨੀਆ ਵਿੱਚ ਉਸਦੀ ਜਿੱਤ ਦਾ ਕੀ ਹੋ ਗਿਆ, ਡੰਕਾ ਵੱਜ ਗਿਆ ਤੇ ਸਾਰੇ ਆਸ਼ ਕਰ ਉੱਠੇ, ਹਰਸ਼ ਮਾਸੀ ਨੇ ਦੱਸਿਆ। ਤਾਂ ਬੇਟੇ ਇਸੇ ਤਰ੍ਹਾਂ ਆਪਾਂ ਕਹਿੰਦੇ ਆ ਵੀ ਜਦੋਂ ਤੁਸੀਂ ਗੱਲ ਤਾਂ ਪੂਰੀ ਲਗਨ ਨਾਲ ਨਹੀਂ, ਤੁਸੀਂ ਗੱਲ ਤਾਂ ਪੂਰੀ ਕਰਨ ਨਹੀਂ ਦਿੰਦੇ। ਹਰਸ਼ ਮਾਸੀ ਨੇ ਕਿਹਾ ਕਿ 1940 ਦੇ 올림픽 ਲਈ ਕਰੋਲੀ ਨੇ ਪੂਰੀ ਤਿਆਰੀ ਕਰ ਲਈ। ਤਾਂ ਇਸੇ ਤਰ੍ਹਾਂ ਬੇਟੇ ਅੱਗੋਂ ਆਪਾਂ ਕੀ ਦੇਖਦੇ ਆ ਇਸ ਚੈਪਟਰ ਦੇ ਵਿੱਚ, ਤੁਸੀਂ ਨੈਕਸਟ ਦੇਖੋ। ਕਹਿੰਦੇ, ਗੁਰਪਾਲ ਮਾਸੜ ਜੀ ਨੇ ਕਿਹਾ ਕਿ ਬੱਚਿਆ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਘਰ ਆਰਾਮ ਨਹੀਂ ਬਹਿੰਦੇ। ਇਸੇ ਤਰ੍ਹਾਂ 1952 ਦੇ 올림픽 ਚ ਕਰੋਲੀ ਨੇ ਦੁਬਾਰਾ 골ਡ ਮੈਡਲ ਜਿੱਤਿਆ ਤੇ ਫਿਰ ਉਸਨੇ ਕਾਰਲੋਸ, ਜਿਸ ਨੂੰ ਕਿ ਵਿਸ਼ਵਾਸ ਨਹੀਂ ਸੀ ਕਿ ਕਰੋਲੀ ਬਹੁਤ ਅੱਗੇ ਚਲਾ ਜਾਏਗਾ, ਉਸਨੇ ਕਰੋਲੀ ਤੋਂ ਮਾਫੀ ਮੰਗੀ। ਤਾਂ ਇਸੇ ਤਰ੍ਹਾਂ ਬੇਟੇ ਉਸਨੇ ਹੁਣ ਵਿਸ਼ਵ ਰਿਕਾਰਡ ਤੋੜ ਦਿੱਤਾ। ਉਸਨੇ 3 ਵਾਰੀ ਚੈਂਪੀਅਨਸ਼ਿਪ ਸੀ ਜਿਹੜੀ ਜਿੱਤ ਲਈ। ਤੇ ਇਸ ਤੋਂ ਬਾਅਦ ਬੇਟੇ ਕੀ ਹੋਇਆ ਕਿ ਹਰਸ਼ ਮਾਸੀ ਨੇ ਕਿਹਾ ਕਿ ਬੱਚਿਓ, ਇਹ ਜਿੱਤ ਦਾ ਮੰਤਰ ਹੈ, ਦੁਨੀਆ ਕੀ ਕਹਿੰਦੀ ਹੈ ਉਸ ਵੱਲੋਂ ਕੰਨ ਬੰਦ ਕਰ ਲਓ, ਤੁਸੀਂ ਆਪਣੀਆਂ ਔਕੜਾਂ ਤੋਂ ਹਮੇਸ਼ਾ ਅੱਗੇ ਲੰਘਦੇ ਜਾਓ। ਤਾਂ 7th ਕਲਾਸ ਸਟੂਡੈਂਟ, ਤੁਸੀਂ ਇਸ ਚੈਪਟਰ ਨੂੰ ਬੇਟੇ ਧਿਆਨ ਨਾਲ ਪੜ੍ਹੋ, ਕੰਪਲੀਟ ਵੀ ਕਰੋ। ਥੈਂਕਸ।